ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦੇ ਵਿੱਚ ਪ੍ਰੋਫਾਈਲਸ ਡਿਸਕਸ ਕਰਾਂਗੇ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦੇ ਮੇਰੇ ਕੋਲ WhatsApp ਆਏ ਹੋਏ ਨੇ, ਕਮੈਂਟਸ ਆਏ ਨੇ ਤੇ ਮੈਂ ਸਭ ਨੂੰ ਰਿਪਲਾਈ ਨਹੀਂ ਕਰ ਪਾ ਰਿਹਾ। ਸੋ ਅੱਜ ਸੋਚਿਆ ਇੱਕ ਵੀਡੀਓ ਬਣਾਈਏ। ਪਹਿਲੇ ਮੈਂ ਸੋਚਿਆ ਸੀ ਕਿ ਅਸੀਂ ਲਾਈਵ ਜਾਵਾਂਗੇ, ਲਾਈਵ ਹੋ ਕੇ ਅਸੀਂ ਕੁਐਸਚਨਸ ਆਨਸਰ ਲਵਾਂਗੇ, ਬਟ ਡਿਊ ਟੂ ਸਮ ਟੈਕਨੀਕਲ ਰੀਜ਼ਨਸ ਉਹ ਹੋ ਨਹੀਂ ਪਾਇਆ। ਤੇ ਮੰਡੇ ਨੂੰ ਟਰਾਈ ਕਰਾਂਗੇ ਅਸੀਂ ਲਾਈਵ ਹੋਈਏ ਤੇ ਨਾਲ ਹੀ ਆਪਣੇ PPRs ਵੀ ਸ਼ੇਅਰ ਕਰਾਂਗੇ ਤੁਹਾਡੇ ਨਾਲ। ਉਹਦੇ ਨਾਲ ਵੀ ਤੁਹਾਨੂੰ ਕਾਫੀ ਕਲੈਰਿਟੀ ਹੋ ਜਾਏਗੀ ਕਿਉਂਕਿ PPR ਵਜੋਂ ਸਟੂਡੈਂਟਸ ਬਹੁਤ ਜ਼ਿਆਦਾ ਪਰੇਸ਼ਾਨ ਨੇ, ਰਿਜ਼ਲਟਸ ਡਿਲੇ ਹੋ ਰਹੇ ਨੇ। ਜਿੰਨਾ ਅਸੀਂ ਐਕਸਪੈਕਟ ਕੀਤਾ ਸੀਗਾ ਕਿ PPRs ਜਿਸ ਟਾਈਮ ਲਾਈਨ 'ਚ ਆ ਜਾਣਗੀਆਂ ਉਸ ਤੋਂ ਵੀ ਥੋੜਾ ਡਿਲੇ ਹੋ ਰਿਹਾ, ਬਟ PPRs ਆਣੀ ਸ਼ੁਰੂ ਹੋ ਗਈਆਂ ਡੈਫੀਨੇਟਲੀ। ਰਿਜ਼ਲਟਸ ਮਿਕਸ ਹੈ ਬਟ ਹਾਲੇ ਮੈਂ ਰਿਜ਼ਲਟਸ ਡਿਸਕਲੋਜ਼ ਨਹੀਂ ਕਰੂੰਗਾ ਕਿਉਂਕਿ ਅਸੀਂ ਮੰਡੇ ਦੀ ਮੰਡੇ ਆਪਣੇ PPR ਸ਼ੇਅਰ ਕਰਦੇ ਹਾਂ। ਤਾਂ ਮੰਡੇ ਨੂੰ ਇਸ ਚੀਜ਼ ਤੇ ਚਰਚਾ ਕਰਾਂਗੇ। ਅੱਜ ਅਸੀਂ ਦੇਖਾਂਗੇ ਕਿ ਸਟੂਡੈਂਟਸ ਦੇ ਕੀ ਕੁਐਸਚਨ ਹੈ ਤੇ ਉਹਨਾਂ ਦਾ ਕੋਸ਼ਿਸ਼ ਕਰਾਂਗਾ ਬੈਸਟ ਪੋਸੀਬਲ ਰਿਪਲਾਈ ਦੇ ਸਕਾਂ। ਜਿਹੜੇ ਮੈਂ ਰਿਪਲਾਈਜ਼ ਦਿੰਦਾ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਦਿੰਦਾ, ਯਾਨੀ ਕਿ ਜਿਹੜੇ ਸਾਡੇ ਕੋਲ ਫਾਈਲਸ ਲੱਗੀਆਂ ਹੋਈਆਂ ਜੇ ਉਹਨਾਂ ਦੇ ਰਿਜ਼ਲਟਸ ਆ ਰਹੇ ਜਾਂ ਫਿਰ ਸਟੂਡੈਂਟਸ ਬਹੁਤ ਸਾਰੇ ਸਾਡੇ ਨਾਲ ਸ਼ੇਅਰ ਵੀ ਕਰਦੇ ਰਹਿੰਦੇ ਨੇ, ਤਾਂ ਉਸ ਬੇਸ ਤੇ ਮੈਂ ਤੁਹਾਨੂੰ ਰਿਪਲਾਈ ਦਿੰਦਾ, ਇੱਕ ਟ੍ਰੈਂਡ ਦੱਸਦਾ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ ਜੀ ਵਿਸ਼ੇਸ਼ ਸ਼ਾਹ ਜੀ ਦਾ। ਤੇ ਇਹਨਾਂ ਨੇ ਫਾਈਲ ਲਗਾਈ ਸੀਗੀ 30 ਸੈਪਟੰਬਰ ਨੂੰ, ਬਾਇਓਮੈਟ੍ਰਿਕ 8 ਅਕਤੂਬਰ ਅਪਡੇਟਡ। ਸੋ ਦਿਸ ਇਜ਼ ਗੁੱਡ ਕਿ ਇਹਨਾਂ ਦਾ ਬਾਇਓਮੈਟ੍ਰਿਕ ਅਪਡੇਟ ਹੋ ਗਿਆ। ਮੈਡੀਕਲ 30 ਸੈਪਟੰਬਰ ਨੋਟ ਅਪਡੇਟਡ, ਸੋ ਇਟ ਵਿਲ ਬੀ ਅਪਡੇਟਡ ਸੂਨ, ਡੋਂਟ ਵਰੀ। It can even be updated on the day of result also. So SDS file है, when can I expect my PPR? So बहुत जल्दी PPR आ जाएगी ਤੁਹਾਡਾ 30 ਸਤੰਬਰ ਨੂੰ ਕੇਸ ਲੌਜ ਹੋ ਚੁੱਕਿਆ ਸੀ। तो I am expecting your PPR in somewhere around next week maybe, because ਸਤੰਬਰ ਦੀ ਫਾਈਲਸ ਕਾਫੀ ਹੱਦ ਤੱਕ ਕਲੀਅਰ ਹੋ ਚੁੱਕੀਆਂ ਨੇ ਤੇ ਇਹ 30 ਸਤੰਬਰ ਦਾ ਕੇਸ ਹੈ। ਤਾਂ ਮੇਬੀ ਬਹੁਤ ਜਲਦੀ ਇਹਨਾਂ ਦਾ ਨੈਕਸਟ ਵੀਕ ਦੇ ਵਿੱਚ ਜਿਹੜਾ ਹੈਗਾ PPR ਆ ਜਾਣਾ ਚਾਹੀਦਾ। ਸੋ ਜਿਨ੍ਹਾਂ ਨੇ ਵੀ ਫਾਈਲ ਸੈਪਟੰਬਰ ਦੇ ਵਿੱਚ ਲਗਾਈਆਂ ਉਹਨਾਂ ਨੂੰ ਮੈਂ ਇਹੀ ਸਲਾਹ ਦੇਵਾਂਗਾ ਕਿ ਥੋੜ੍ਹਾ ਜਿਹਾ ਪੇਸ਼ੈਂਸ ਰੱਖੋ। ਆਈ ਐਮ ਸ਼ੋਰ ਕਿ ਤੁਹਾਡਾ ਵੈਸੇ ਤਾਂ ਇਸ ਵੀਕ ਦੇ ਵਿੱਚ ਆ ਜਾਣਾ ਚਾਹੀਦਾ ਸੀ ਸਾਡੇ ਪ੍ਰਿਡਿਕਸ਼ਨ ਦੇ ਹਿਸਾਬ ਨਾਲ, ਬਟ ਮੈਨੂੰ ਲੱਗਦਾ ਕਿ ਨੈਕਸਟ ਵੀਕ ਜਾਂ ਫਿਰ ਫਸਟ ਵੀਕ ਆਫ ਦਸੰਬਰ ਡੈਫੀਨੇਟਲੀ ਤੁਹਾਡੇ PPRs ਜਾਂ ਜੋ ਵੀ ਰਿਜ਼ਲਟਸ ਜ਼ਰੂਰ ਆਉਣਗੇ। ਨੈਕਸਟ ਹੈ ਆਈ ਲੌਜ ਮਾਈ ਫਾਈਲ ਔਨ 27 ਅਕਤੂਬਰ ਐਂਡ ਬਾਇਓਮੈਟ੍ਰਿਕ ਡਨ ਔਨ 8 ਨਵੰਬਰ। ਓਕੇ, I got 6.5 band. I applied for project management course in Douglas College, Vancouver. I have completed my post graduation Master of Science in Mathematics in 2020 and scored 79%. When will I get my PPR? So your profile is quite good. You applied on 27th of October, so you applied little late, so you need to wait a little. Maybe in the mid of December you can expect your PPR or result, whatever. Then there is Rajveer Sandhu. He's saying I have a reapplied case. I have done medical on 6 August and updated on 17th September and biometric updated on 27th August. When I expect PPR for non SDS category, PT scored 55, not less than 54. 12th 2018, ITR 7 lakh, बैंक बैलेंस 8 लाख, CA रिपोर्ट 2 करोड़। सो ਤੁਹਾਡਾ ਨੋਨ SDS ਕੇਸ ਹੈ। ਨੋਨ SDS ਕੇਸ ਹੋਣ ਦੇ ਨਾਲ PT ਦਾ ਸਕੋਰ, ਯੂਰ PT ਸਕੋਰ ਇਜ਼ ਆਲਸੋ ਵੈਰੀ ਲੋ। ਸੋ ਆਈ ਡੋਂਟ ਥਿੰਕ ਇਟ ਡਿਪੈਂਡਸ ਆਲ ਅਪੋਨ ਯੂਰ ਲੱਕ। ਦਿਸ CA ਰਿਪੋਰਟ ਆਫ 2 ਕਰੋੜ bank balance, it hardly matters. What they want is your 1 year full fee and your living expense. This is what you have to show, but let's hope for the best. But frankly speaking, your score is very low. Your score is very low. It is 55, not less than 54. It's a very low score. So let's see. Next is Mihir Patel. I have applied on 1st October and got 6.5 bands overall with no less than 6. Please tell me where can I maybe he wants to write when can I expect my result. So you can expect your result in the mid of December, since you have applied on 1st of October and maybe earlier. Next is Vidanshu Jani, SDS category 7 band, file lodged on 6th of November. Sheridan Computer Engineering Technology 12th 78, 10th 80%, biometrics on 18th November updated same day. Medical not updated yet. So as I told, your medical could be updated on the day of your result also. So SDS category 7 band, yes, it's a very good profile. Sheridan Computer Engineering Technology, yeah, course is good, your college is good.
द ओनली वरी इज योर 12th स्कोर, दैट इज 78%। 78% ਜਿਹੜਾ ਸਕੋਰ ਵੈਸੇ ਆਪਾਂ ਨੂੰ ਬਹੁਤ ਅੱਛਾ ਲੱਗ ਸਕਦਾ ਕਿ 78% ਇੱਕ ਬਹੁਤ ਵੱਡਾ ਸਕੋਰ ਹੈ, ਬਟ ਕੋਰਸ ਦੇ ਹਿਸਾਬ ਨਾਲ ਜਿਵੇਂ ਕਿ ਸ਼ੈਰਡੀਨ ਕਾਲਜ ਦੇ ਵਿੱਚ ਕੰਪਿਊਟਰ ਇੰਜੀਨੀਅਰਿੰਗ ਟੈਕਨੋਲੋਜੀ, ਸੋ ਕੰਪਿਊਟਰ ਇੰਜੀਨੀਅਰਿੰਗ ਟੈਕਨੋਲੋਜੀ ਦੇ ਵਿੱਚ ਜਿਹੜੀ ਵੀਜ਼ਾ ਅਫਸਰ ਦੀ ਐਕਸਪੈਕਟੇਸ਼ਨ ਹੈਗੀ ਉਹ ਬਹੁਤ ਜ਼ਿਆਦਾ ਹਾਈ ਹੈ। ਸੋ ਇਹਨਾਂ ਦਾ PPR ਆ ਸਕਦਾ ਹੈ, ਬਟ ਆਈ ਐਮ ਨੋਟ ਸ਼ੋਰ ਕਿਉਂਕਿ 12th ਦੇ ਵਿੱਚ ਕੋਰਸ ਦੇ ਹਿਸਾਬ ਨਾਲ ਮੈਨੂੰ ਥੋੜੀ ਪਰਸੈਂਟੇਜ ਘੱਟ ਲੱਗ ਰਹੀ ਹੈ। नेक्स्ट इज रणबीर सिंह, फाइल लॉस 13 अक्टूबर, बायोमेट्रिक 21 अक्टूबर, मेडिकल 5 अक्टूबर, बायो एंड मेडिकल आर अपडेटेड। सो दिस इज गुड न्यूज़ फॉर यू रणबीर, योर बायोमेट्रिक एंड मेडिकल आर ऑलरेडी अपडेटेड। सो ਇਹਦਾ मतलब है कि फाइल ਤੇ तेजी ਨਾਲ ਕੰਮ ਹੋ ਰਿਹਾ। सो ਇਹ अपना PPR बहुत जल्दी एक्सपैक्ट कर सकते हैं। प्लस इन्हों की फाइल भी काफ़ी अच्छी है, ओवरऑल 7 नॉट लेस दैन 6 SDS कोलंबिया कॉलेज वैंकूवर। सो बहुत जल्दी थोड़ा PPR आ जाना चाहिए, मेरे हिसाब नाल नैक्सट वीक है, उस तो नैक्सट वीक जरूर आ जाना चाहिए। उस तो बाद है परमिंदर चहल, इन्होंने फाइल लॉन्च की 18 अक्टूबर 2021, मेडिकल डन ऑन 18 सितंबर, बायोमेट्रिक ऑलरेडी डन इन 2019, ओवरऑल 7 बैंड स्कोर नॉट लेस दैन 6.5, 10th 85, 12th 94। वैन विल आई गेट माई PPR फॉर जैन इनटेक। सो 18 अक्तूबर ਨੂੰ ਤੁਸੀਂ फाइल अपनी लॉन्च की है, केस ਤੁਹਾਡਾ बहुत अच्छा है। सो ਮੈਨੂੰ लगता है कि ਇਹਨਾਂ ਦਾ भी मे बी ਨੈਕਸਟ ਵੀਕ ਹੀ ਆ ਜਾਏ ਇਹਨਾਂ ਦਾ PPR, ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿਉਂਕਿ ਜਿਹੜੇ ਅਕਤੂਬਰ ਦੇ ਹੁਣ PPRs ਆਣੇ ਸ਼ੁਰੂ ਹੋ ਗਏ ਆ। ਸੋ ਮੇਰਾ ਮੰਨਣਾ ਹੈ ਕਿ ਜਿਹੜੇ 15 ਅਕਤੂਬਰ ਤੱਕ ਦੇ ਕੇਸਿਸ ਲੱਗੇ ਉਹਨਾਂ ਦਾ ਨੈਕਸਟ ਜਾਂ ਫਿਰ ਉਸ ਤੋਂ ਨੈਕਸਟ ਵੀਕ PPRs ਆ ਜਾਣੇ ਚਾਹੀਦੇ ਆ, ਔਰ ਜਿਹੜੇ ਅਕਤੂਬਰ ਦੇ ਐਂਡ ਦੇ ਵਿੱਚ ਲੱਗੇ ਆ ਉਹਨਾਂ ਦਾ ਸ਼ਾਇਦ ਦਸੰਬਰ ਤੱਕ ਖਿੱਚ ਜਾਏ, ਬਟ ਮੋਸਟਲੀ ਨਵੰਬਰ ਦੇ ਵਿੱਚ ਤੁਸੀਂ ਦੇਖੋਗੇ। ਨੈਕਸਟ ਵੀਕ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਬਹੁਤ ਵੱਡੇ ਨੰਬਰ ਦੇ ਵਿੱਚ PPR ਆਉਣ ਵਾਲੇ ਹੈ ਕਿਉਂਕਿ ਟਾਈਮ ਬਹੁਤ ਨਜ਼ਦੀਕ ਆਉਂਦਾ ਜਾ ਰਿਹਾ ਸੈਸ਼ਨ ਸ਼ੁਰੂ ਹੋਣ ਨੂੰ। उस तो बाद है चीमा साहब, आई हैव अप्लाइड ऑन 8 सितंबर विद PTE एंड बायोमेट्रिक डन ऑन 21 अक्टूबर, वैन कैन आई एक्सपैक्ट माई रिजल्ट। सी PTE ਦੇ ਨਾਲ यानी कि नॉन SDS कैटेगरी ਦੇ ਵਿੱਚ ਰਿਜ਼ਲਟ ਥੋੜੇ ਸਲੋ ਹੈ, ਜਿਵੇਂ ਕਿ ਮੈਂ 2-3 ਵੀਡੀਓਜ਼ ਪਹਿਲੇ ਵੀ ਤੁਹਾਨੂੰ ਦੱਸਿਆ ਸੀ ਕਿ ਮੇਰੇ ਵੀ ਕੁਝ PTE ਦੇ ਫਾਈਲਸ ਲੱਗੀਆਂ ਹੋਈਆਂ ਨੇ, ਬਟ ਹਾਲੇ ਮੈਨੂੰ ਰਿਜ਼ਲਟਸ ਨਹੀਂ ਮਿਲੇ। ਜਦ ਤੱਕ ਮੈਨੂੰ ਰਿਜ਼ਲਟਸ ਨਹੀਂ ਮਿਲਦੇ ਜਾਂ ਫਿਰ ਮਾਰਕੀਟ ਤੋਂ ਮੈਨੂੰ ਕੋਈ ਪੁਖਤਾ ਖਬਰ ਨਹੀਂ ਆਉਂਦੀ ਇਸ ਚੀਜ਼ ਤੇ ਕਿ PTE ਦੇ ਰਿਜ਼ਲਟ किस तरह आ रहे हैं या किस ड्यूरेशन के आ रहे हैं, तब तक मैं कुछ भी नहीं कह सकता। सो PTE वाले ने थोड़ा जिहा वेट करना पेगा। जिमें ही मेरे लगाए हुए केसिस के रिजल्ट्स आउट होंगे हैं मैं तुहाडे नाल चीज़ जरूर शेयर करांगा। सो वेट फॉर अ वाइल। उस तो बाद सुखमनपाल सिंह, इन्हों का SDS केस है लॉस्ड ऑन 28 सितंबर 2021। सो हले सितंबर के भी केसिस कुछ ऐसे हैं जिहड़े कि हले पेंडिंग हैगे। सो उन्होंने भी घबराने की जरूरत नहीं है कि उन्होंने फाइल इदा नहीं कि फाइल उन्होंने दब गई या कुछ ऐसा है, उन्होंने रिजल्ट्स भी बहुत जल्दी आएंगे क्योंकि एप्लीकेशनस तो बहुत ज़्यादा जिमें तुहानूं पता। बट मैं तुहानूं ये विश्वास के नाल कह सकदा कि अगस्त एंड सितंबर का 90% जिहड़ा हैगा प्रोसैस पूरा हो चुका है और मोस्टली उन्होंने रिजल्ट्स आ चुके हैं। जिहड़ी थोड़ी बहुती हुण फाइलां रह गई हैं उन्हां ते भी डिसीजन मेरे हिसाब नाल नैक्सट वीक दे विच आ जाने चाहिए हैं। उस तो बाद सिक्की चहल, सर अक्तूबर 19 ਨੂੰ फाइल लॉन्च की सी, अज 1 मंथ हो चुका, कदों तक आ सकती है? सी देखो तुहानूं 1 मंथ हो गया, आई अंडरस्टैंड कि तुहानूं 1 महीना हो गया, बट बहुत सारे बच्चे ऐसे भी जिन्होंने 1-1 साल भी हो गया। सो यू नीड टू वेट ए वाइल। मेरा ख्याल है कि अक्तूबर की मिड अक्तूबर तो बाद दी तो दसंबर के पहले वीक के रिजल्ट आ जाना चाहिए मोस्ट लाइकली। उस तो बाद रमनदीप कौर, आई हैव लॉस्ट माई फाइल ऑन 11 अक्टूबर इन SDS फॉर जैन इनटेक, मेडिकल वाज ऑन 24 सितंबर, बायोमेट्रिक ऑन 21 अक्टूबर, माई एप्लीकेशन स्टेटस चेंज फ्रॉम योर एक्शन इज रिक्वायर्ड टू सबमिट। सो दिस इज़ अ गुड साइन कि एम्बेसी इज़ वर्किंग ऑन योर एप्लीकेशन, बट अंडर माई मेडिकल दे रोड यू डू नॉट नीड अ मेडिकल एंड अंडर बायोमेट्रिक दे नाउ रोड वी हैव नॉट रिसीव्ड योर फिंगरप्रिंट्स। ओ सर प्लीज सजेस्ट मी समथिंग। सो यू नीड टू कंप्लीट ऑल द फॉर्मैलिटीज़ बिफोर एक्सपैक्टिंग योर PPR। तो फॉर्मैलिटीज़ तुहानूं पूरी करनी पैणगी क्योंकि फॉर्मैलिटीज़ जब तक पूरियां नहीं होंदियां, तुहाडा फिंगरप्रिंट्स तुहाडे अपडेट नहीं होंदे, तब तक तुहाडा कोई डिसीजन नहीं लिता जा सकता। सो मैनूं लगदा तुहानूं एक बार उत्थे उन्हां दे नाल एक मेल ते जरूर राबता करना चाहिए या अपनी GC की दे थ्रू अपने फिंगरप्रिंट्स अपडेट कराने चाहिए, तां ही तुहाडा रिजल्ट आ सकदा।
Next is Nitesh. I have applied for a student visa on 5th October 2021, medical done and biometrics on 26th October 2021. Can I expect my visa in December? Most definitely you will get your result in before December, I must say, because you have lodged your file on 5th of October. Next is Punjab 11. File lodged on 6th October, biometric on 11th November. When can I expect my result? ਐਜ਼ ਆਈ ਸੈਡ ਅਰਲੀਅਰ 6 ਅਕਤੂਬਰ ਨੂੰ ਕੇਸ ਲੱਗਿਆ ਤੁਹਾਡਾ, ਯਾਨੀ ਕਿ 15 ਤੋਂ ਪਹਿਲੇ ਕੇਸ ਲੱਗਿਆ, ਤਾਂ ਇਸੀ ਮਹੀਨੇ ਦੇ ਵਿੱਚ ਉਮੀਦ ਹੈ ਕਿ ਤੁਹਾਡਾ ਰਿਜ਼ਲਟ ਆ ਜਾਣਾ ਚਾਹੀਦਾ, ਨਹੀਂ ਤਾਂ ਦਸੰਬਰ ਦੇ ਪਹਿਲੇ ਵੀਕ ਤਾਂ ਮੋਸਟ ਡੈਫੀਨੇਟਲੀ ਤੁਹਾਨੂੰ ਆਪਣਾ ਰਿਜ਼ਲਟ ਮਿਲੇਗਾ ਹੀ ਮਿਲੇਗਾ। ਉਸ ਤੋਂ ਬਾਅਦ ਹੈ Mihir Patel. I have lodged my file on 1st October and have given my biometrics on 11th October. I got 6.5 band with no less than 6 and my course is Bachelor of Computer Science in Dalhousie UNT. I got UNT I got 76% in 12th science and 80% in math. Is this strong profile and where can I expect my PPR? How many percent chances are there of mine to get result before December 15? ਸੋ ਹਾਂ, ਤੁਹਾਡੇ ਰਿਜ਼ਲਟ ਜ਼ਰੂਰ ਦਸੰਬਰ 15 ਤੋਂ ਪਹਿਲੇ ਆ ਜਾਣਾ ਚਾਹੀਦਾ ਹੈ, ਕਿਉਂਕਿ ਤੁਸੀਂ ਫਾਈਲ ਜਿਹੜੇ 1 ਅਕਤੂਬਰ ਨੂੰ ਲੌਂਚ ਕੀਤੀ ਹੈ। PPR ਦੇ ਚਾਂਸਿਸ ਕੀ ਹੈਗੇ? PPR ਦੇ ਚਾਂਸਿਸ ਸਾਰਾ ਤੁਹਾਡਾ ਡਿਪੈਂਡ ਕਰੇਗਾ ਤੁਸੀਂ ਜਿਹੜਾ ਕੰਪਿਊਟਰ ਸਾਇੰਸ ਇਨ ਡਲਹੌਜ਼ੀ, ਆਈ ਥਿੰਕ ਇਹ ਤੁਸੀਂ ਕੋਈ ਡਿਪਲੋਮਾ ਕੀਤਾ। ਅਗਰ ਇਹ ਡਿਪਲੋਮਾ, ਦੇਖੋ ਬਹੁਤ ਸਾਰੇ ਐਸੇ ਕੇਸਾਂ ਦੇ ਵਿੱਚ ਹੁੰਦਾ ਜਿੱਥੇ ਕਿ ਗੈਪ ਵੱਧ ਜਾਂਦਾ ਸਟੂਡੈਂਟ ਦਾ, ਤਾਂ ਅਸੀਂ ਕਿਤੇ ਨਾ ਕਿਤੇ ਕੋਈ ਡਿਪਲੋਮਾ ਅਰੇਂਜ ਕਰ ਲੈਂਦੇ ਹਾਂ। ਸੋ ਇਸ ਚੀਜ਼ ਦਾ ਵੀ ਬਹੁਤ ਇਫੈਕਟ ਹੈ। ਅਰੇਂਜ ਕੀਤਾ ਤੁਸੀਂ, ਬੇਸ਼ੱਕ ਉਹ ਚੀਜ਼ ਵੈਬਸਾਈਟ ਤੇ ਵੀ ਬੋਲ ਰਹੀ ਹੈ, ਫਿਰ ਉਹ ਸਕੈਨ ਵੀ ਹੋ ਪਾ ਰਹੀ ਹੈ, ਬਟ ਐਮਬੈਸੀ ਦੀ ਨਜ਼ਰ ਵਿੱਚ ਇਹ ਚੀਜ਼ਾਂ ਵੀ ਹੈਗੀਆਂ, ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਜਾਂਦੀ ਹੈ। ਅਗਰ ਇਹ ਡਿਪਲੋਮਾ ਤੁਸੀਂ ਕਿਸੇ ਰਿਪਿਊਟਡ ਇੰਸਟੀਚਿਊਟ ਤੋਂ ਕੀਤਾ ਹੋਇਆ ਹੈ ਤਾਂ ਹੀ ਉਸ ਚੀਜ਼ ਨੂੰ ਵੇਟੇਜ ਮਿਲੇਗਾ, ਕਿਉਂਕਿ ਐਮਬੈਸੀ ਨੂੰ ਪਤਾ ਹੈ ਕਿ ਐਸੇ ਬਹੁਤ ਸਾਰੇ ਕੰਮ ਆਲਰੇਡੀ, ਐਸੇ ਬਹੁਤ ਸਾਰੀ ਫਾਈਲ ਸਬਮਿਟਡ ਹੋ ਚੁੱਕੀਆਂ ਨੇ ਜਿਹਦੇ ਵਿੱਚ ਕਿ ਨਕਲੀ ਡਿਪਲੋਮਾਸ ਲੱਗੇ। ਸੋ ਇਹ ਚੀਜ਼ ਬੜੀ ਜਲਦੀ ਈਜ਼ੀਲੀ ਜੱਜ ਕੀਤੀ ਜਾ ਸਕਦੀ। ਸੋ ਇਹਨਾਂ ਚੀਜ਼ਾਂ ਦੇ ਵਿੱਚ ਨਾ ਪਾਓ, ਔਰ ਅਗਰ ਆਪਣਾ ਗੈਪ ਜਸਟੀਫਾਈ ਕਰਨਾ ਹੈ ਤਾਂ ਪ੍ਰੋਪਰ ਤਰੀਕੇ ਨਾਲ ਕਰੋ। ਇਸ ਤਰ੍ਹਾਂ ਦੇ ਨਕਲੀ ਡਿਪਲੋਮਾ, ਆਈ ਐਮ ਹੋਪ ਕਿ ਤੁਹਾਡਾ ਜਿਹੜਾ ਡਿਪਲੋਮਾ ਹੈਗਾ ਇਹ ਓਰੀਜਨਲ ਹੋਏਗਾ ਤੇ ਓਰੀਜਨਲੀ ਤੁਸੀਂ ਇਸ ਤੇ ਕੰਮ ਕੀਤਾ ਹੋਏਗਾ, ਬਟ ਆਪਣਾ ਨਕਲੀ ਡਿਪਲੋਮਾ ਜਾਂ ਕੁਝ ਵੀ ਐਸਾ ਕਾਗਜ਼ ਬਣਾਉਣ ਤੋਂ ਪਹਿਲੇ ਕਿਸੇ ਅੱਛੇ ਕੰਸਲਟੈਂਟ ਦੀ ਸਲਾਹ ਜ਼ਰੂਰ ਲਓ, ਨਹੀਂ ਤਾਂ ਤੁਹਾਡੀ ਫਾਈਲ ਤੇ ਬੈਨ ਵੀ ਲੱਗ ਸਕਦਾ ਹੈ। ਸੋ ਨੈਕਸਟ ਇਜ਼ ਅੰਮ੍ਰਿਤ ਨਾਹਰ. ਮਾਈ ਫਾਈਲ ਵਾਜ਼ ਲੌਂਚਡ ਔਨ 25th October ਬਾਇਓ ਸਰ, ਮੇਰੇ ਵਿਜ਼ਟਰ ਵੀਜ਼ਾ ਲੱਗਿਆ ਸੀ। ਓਕੇ, ਅਪਫਰੰਟ ਮੈਡੀਕਲ ਔਨ 7th October, IELTS 6.5 ਬੈਂਡ ਨੋਟ ਲੈਸ ਦੈਨ 6. ਵੈਨ ਕੈਨ ਆਈ ਐਕਸਪੈਕਟ ਮਾਈ ਰਿਜ਼ਲਟ? ਪਲੀਜ਼ ਰਿਵਰਟ ਟੂ ਮੀ ਸਰ। ਹਾਂ, ਜ਼ਰੂਰ ਤੁਹਾਡਾ ਰਿਜ਼ਲਟ ਥੋੜਾ ਡਿਲੇ ਹੋਏਗਾ, ਕਿਉਂਕਿ ਤੁਸੀਂ 25 ਅਕਤੂਬਰ ਨੂੰ ਆਪਣੀ ਫਾਈਲ ਲਗਾਈ ਹੈ। ਸੋ ਮਿਡ ਆਫ ਦਸੰਬਰ ਯੂ ਕੈਨ ਐਕਸਪੈਕਟ ਯੂਰ ਰਿਜ਼ਲਟ and I hope you get your PPR. Next is Harjot Singh Bhogal. Sir, 31 ਅਗਸਤ 'ਚ ਲੌਂਚ ਕੀਤੀ ਸੀ, BBA ਗ੍ਰੈਜੂਏਟ 71.2%, IELTS 7 ਨੋਟ ਲੈਸ ਦੈਨ 6, ਸੈਨਿਕਾ ਕਾਲਜ ਗਲੋਬਲ ਬਿਜ਼ਨਸ ਮੈਨੇਜਮੈਂਟ। ਕਦੋਂ ਤੱਕ ਆਊ PPR? ਹੁਣ ਤੱਕ ਤੁਹਾਡੀ PPR ਮੇਰੇ ਖਿਆਲ ਹੈ ਆ ਜਾਣੀ ਚਾਹੀਦੀ ਸੀ ਹਰਜੋਤ। ਇਟਸ ਕੁਆਇਟ ਡਿਲੇਡ, ਕਿਉਂਕਿ 31 ਅਗਸਤ ਦਾ ਤੁਸੀਂ ਫਾਈਲ ਲਗਾਈ, ਬਟ ਕਿਉਂਕਿ ਅਗਸਤ ਐਂਡ ਹੈ ਤਾਂ ਸੈਪਟੰਬਰ ਵਾਲੇ ਵੀ ਹਲੇ ਕਾਫੀ ਕੇਸਿਸ ਪਏ ਨੇ। 90% ਜੇ ਮੈਂ ਕਲੀਅਰ ਕਿਹਾ ਤਾਂ 10% ਕੇਸਿਸ ਤਾਂ ਹਲੇ ਵੀ ਮੈਨੂੰ ਲੱਗਦਾ ਕਿ ਫਾਈਲਿੰਗ ਡਿਸੀਜਨ ਪੈਂਡਿੰਗ ਹੈ। ਸੋ ਤੁਹਾਡਾ PPR ਵੀ ਜਲਦੀ ਆ ਜਾਣਾ ਚਾਹੀਦਾ। ਮੇ ਬੀ ਇਟ ਕੈਨ ਕਮ ਐਨੀ ਟਾਈਮ, ਮੇ ਬੀ ਨੈਕਸਟ ਵੀਕ। ਉਸ ਤੋਂ ਬਾਅਦ ਹਰਗੁਣ ਛਾਬੜਾ. ਸਰ, ਆਈ ਲੌਂਚਡ ਮਾਈ ਫਾਈਲ ਔਨ 17th July. ਮਾਈ 10th ਸਕੋਰ ਇਜ਼ 79. ਓਕੇ, 12th ਸਕੋਰ ਇਜ਼ 79. ਮਾਈ BTech ਸਕੋਰ 8 out of 10. My IELTS score is 7 with no band less than 6. My medical was updated on 30th July and biometrics done on and updated on 20th August. Status still showing in progress. Okay, your status is still I think ਮੇਰਾ ਖਿਆਲ ਹੈ ਨੈਕਸਟ ਵੀਕ ਦੇ ਵਿੱਚ ਤੁਹਾਡਾ ਮੋਸਟ ਡੈਫੀਨੇਟਲੀ ਜਿਹੜਾ ਹੈ PPR ਜਾਂ ਫਿਰ ਰਿਜ਼ਲਟ ਆ ਜਾਣਾ ਚਾਹੀਦਾ, ਕਿਉਂਕਿ ਕੇਸ ਤੁਹਾਡਾ ਕਾਫੀ ਪੁਰਾਣਾ ਹੋ ਚੁੱਕਿਆ। ਆਈ ਹੋਪ ਕਿ ਤੁਸੀਂ ਕੁਝ ਉਹਨਾਂ ਦੇ ਨਾਲ ਕਨਵਰਸੇਸ਼ਨ ਵੀ ਕੀਤੀ ਹੋਏਗੀ, and also your profile is quite good. So ਮੈਨੂੰ ਲੱਗਦਾ ਕਿ ਨੈਕਸਟ ਵੀਕ ਦੇ ਵਿੱਚ ਤੁਹਾਡਾ PPR ਆ ਜਾਣਾ ਚਾਹੀਦਾ। ਨੈਕਸਟ ਇਜ਼ ਪਰਮਿੰਦਰ ਚਹਿਲ. ਫਾਈਲ ਲੌਂਚਡ 18 October 2021, ਮੈਡੀਕਲ ਡਨ ਔਨ 18 September, ਬਾਇਓਮੈਟ੍ਰਿਕ ਆਲਰੇਡੀ ਡਨ ਇਨ 2019, ਓਵਰਆਲ 7 ਬੈਂਡ ਨੋਟ ਲੈਸ ਦੈਨ 6.5%, 10th 85, 12th 94.
ਵੈਨ ਵਿਲ ਆਈ ਗੈਟ ਮਾਈ PPR ਫੋਰ ਜੈਨ ਇਨਟੇਕ। ਸੋ ਤੁਸੀਂ 18 ਅਕਤੂਬਰ ਨੂੰ ਲਗਾਈ ਹੈ ਫਾਈਲ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਜਿੰਨੇ ਵੀ ਸਟੂਡੈਂਟਸ ਮੈਨੂੰ ਦੇਖ ਰਹੇ ਨੇ ਤਾਂ ਉਹਨਾਂ ਨੂੰ ਇੱਕ ਚੀਜ਼ ਮੈਂ ਕਲੀਅਰ ਕਰਦਾ, ਜੇ ਤੁਹਾਡੀ ਫਾਈਲ 15 ਅਕਤੂਬਰ ਤੋਂ ਬਾਅਦ ਲੱਗੀ ਹੈ ਤਾਂ ਆਪਣੇ ਜਿਹੜੇ ਨਤੀਜੇ ਹੈਗੇ ਤੁਸੀਂ ਦਸੰਬਰ ਦੇ ਮਿਡ ਤੱਕ ਹੀ ਐਕਸਪੈਕਟ ਕਰੋ। ਜਿਹੜੀ ਫਾਈਲ 15 ਅਕਤੂਬਰ ਤੋਂ ਪਹਿਲੇ ਲੱਗੀ ਹੈ ਉਹਨਾਂ ਦੇ ਰਿਜ਼ਲਟਸ ਕਿਸੇ ਵੀ ਟਾਈਮ ਆ ਸਕਦੇ हैं, यानी कि ਹੁਣ भी आ सकते हैं और दिसंबर ਦੇ फर्स्ट वीक ਦੇ ਵਿੱਚ भी आ सकते हैं। और अगस्त और सितंबर ਦੀ ਲਗਾਈ ਫਾਈਲ ਦੇ ਨਤੀਜੇ ਮੇਰਾ ਖਿਆਲ ਹੈ ਨੈਕਸਟ ਵੀਕ ਤੱਕ 110% ਆ ਜਾਣੇ ਚਾਹੀਦੇ ਹੈ। ਉਸ ਤੋਂ ਬਾਅਦ ਇੱਕ ਹੋਰ ਕੇਸ ਹੈ ਜਿਹੜਾ 2 ਸਤੰਬਰ ਆਈ ਹੈਵ ਸਬਮਿਟ 2 ਸਤੰਬਰ ਨੂੰ ਲੱਗਿਆ ਸੀ, ਮੈਡੀਕਲ ਅਪਡੇਟਡ ਔਨ 17 ਸਤੰਬਰ ਬਟ ਰਿਵਿਊ of eligibility is not start yet, when can I expect my visa? okay ਤੁਹਾਡੀ ਫਾਈਲ ਤੇ ਹਲੇ ਕੰਮ ਸ਼ੁਰੂ ਨਹੀਂ ਹੋਇਆ ਜਿੰਨਾ ਕਿ ਤੁਸੀਂ ਲਿਖਿਆ ਰਿਵਿਊ, ਬਟ ਫਾਈਲ ਤੁਹਾਡੀ ਕਾਫੀ ਪੁਰਾਣੀ ਹੋ ਚੁੱਕੀ ਹੈ। ਮੇਰਾ ਖਿਆਲ ਹੈ ਤੁਹਾਨੂੰ ਆਪਣੇ GC ਕੀ ਦੇ ਥਰੂ ਕੁਐਰੀ ਰੇਜ਼ ਕਰਨੀ ਚਾਹੀਦੀ ਹੈ ਕਿਉਂਕਿ ਫਾਈਲ ਬਹੁਤ ਜ਼ਿਆਦਾ ਪੁਰਾਣੀ ਹੋ ਚੁੱਕੀ ਹੈ, ਕੁਝ ਵਰਕ ਤਾਂ ਇਸ ਦੇ ਉੱਤੇ ਹੋ ਜਾਣਾ ਚਾਹੀਦਾ ਸੀਗਾ। ਸੋ ਆਈ ਥਿੰਕ ਯੂ ਨੀਡ ਟੂ ਕਮਿਊਨੀਕੇਟ ਵਿਦ MHC। ਨੈਕਸਟ ਪ੍ਰੋਫਾਈਲ ਇਜ਼ ਇਹਨਾਂ ਨੇ ਲਿਖਿਆ ਕਿ anyone who got result with 5.5 in one module Jan intake please share your profile and timeline, and ਉਸ ਤੇ ਇੱਕ ਵੀ ਰਿਪਲਾਈ ਨਹੀਂ ਹੈ। ਸੋ ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਇੱਕ ਮੋਡਿਊਲ ਦੇ ਵਿੱਚ 5.5 ਬੈਂਡ ਤੇ ਵੀਜ਼ਾ ਨਹੀਂ ਆ ਰਿਹਾ ਇਸ ਟਾਈਮ। ਚਾਹੇ ਮੇਰੀ ਗੱਲਾਂ ਕੌੜੀ ਲੱਗਣ, ਚਾਹੇ ਤੁਸੀਂ ਉਸ ਤੇ ਡਿਸਲਾਈਕ ਦਿਓ ਮੈਨੂੰ, ਚਾਹੇ ਤੁਸੀਂ ਮੈਨੂੰ ਇਹ ਕਹੋ ਕਿ ਸਾਨੂੰ ਡੀਮੋਟੀਵੇਟ ਕਰ ਰਹੇ ਸਰ, ਬਟ ਇਸ ਟਾਈਮ ਇੱਕ ਮੋਡਿਊਲ ਦੇ ਇੱਕ ਮੋਡਿਊਲ ਦੇ ਵਿੱਚ 5.5 ਤੇ ਵੀਜ਼ਾ ਨਹੀਂ ਆ ਰਿਹਾ। Next is Kisna, file lodged 21st September, biometric 19th October, medical 20th October, both are updated, review has started, IELTS 7.5 and not less than 6.5, non-SDS, when can I expect my PPR? ਐਕਚੁਅਲੀ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਕੋਰਸ ਲਈ ਅਪਲਾਈ ਕੀਤਾ। ਇਹਨਾਂ ਦਾ ਨੋਨ SDS ਕੇਸ ਹੈ 7.5 ਈਚ ਐਂਡ ਨੋਟ ਲੈਸ ਦੈਨ 6. ਸੋ ਹਾਊ ਕੁਡ ਦਿਸ ਬੀ ਅ ਨੋਨ SDS ਕੇਸ? ਸੋ ਐਨੀਵੇ ਤੁਸੀਂ 21 ਸਤੰਬਰ ਨੂੰ ਲੌਂਚ ਹੋਈ ਹੈ ਤੁਹਾਡੀ ਫਾਈਲ। ਸੋ ਮੇਰਾ ਯਕੀਨ ਹੈ ਕਿ SDS ਪ੍ਰੋਫਾਈਲ ਹੈ। ਸੋ ਇਸ ਦੇ ਹਿਸਾਬ ਨਾਲ ਤੁਹਾਡਾ ਬਹੁਤ ਜਲਦੀ ਰਿਜ਼ਲਟ ਆਉਣਾ ਚਾਹੀਦਾ, ਮੇ ਬੀ ਨੈਕਸਟ ਵੀਕ। ਨੈਕਸਟ ਇਜ਼ sir, file lodged on 27th October and biometrics done on 15th November, updated same day. So this is good कि ਤੁਹਾਡੇ biometrics same day update ਹੋ ਗਏ and IELTS band 7 SDS category, when can I expect my PPR? So you can expect your PPR in the mid of December. Then there is Master Nahal, file lodged on 18th August, so but it is a non-SDS file। नॉन SDS फाइल है, मैडिकल 29 जुलाई ਨੂੰ ਹੈ, ਬਾਇਓਮੈਟ੍ਰਿਕ 6 ਅਕਤੂਬਰ ਨੂੰ। ਵੈਨ ਕੈਨ ਆਈ ਗੈਟ ਮਾਈ ਰਿਜ਼ਲਟ? ਸੋ ਨॉन SDS ਕੇਸਿਸ ਦੇ ਰਿਜ਼ਲਟ ਬਹੁਤ ਸਲੋ ਚੱਲ ਰਹੇ ਹੈ। ਇਸ ਦੇ ਕੋਈ ਟ੍ਰੈਂਡ ਸਾਹਮਣੇ ਨਹੀਂ ਆ ਰਹੇ ਕਿ ਨॉन SDS ਕੇਸ ਦਾ ਕੋਈ ਟਾਈਮਲਾਈਨ ਸਾਨੂੰ ਕਿਤੋਂ ਵੀ ਪਹਿਚਾਨ ਹੋ ਰਹੀ। ਪਹਿਲੀ ਗੱਲ ਤਾਂ ਤਕਰੀਬਨ ਰਿਫਿਊਜ਼ ਹੋ ਕੇ ਆ ਰਿਹਾ, ਔਰ ਕਿੱਥੋਂ ਕਿਹੜੀ ਡੇਟ ਤੋਂ ਕਿਹੜੇ ਵੀ ਰਿਜ਼ਲਟਸ ਆ ਰਹੇ ਕੁਝ ਨਹੀਂ ਕਹਿ ਸਕਦੇ। ਸੋ ਇਹਨਾਂ ਦਾ ਫਾਈਲ ਜਿਵੇਂ ਕਿ 18 ਅਗਸਤ ਨੂੰ ਲੱਗੀ, ਸੋ ਇਟਸ ਵੈਰੀ ਓਲਡ ਫਾਈਲ ਤੋਂ ਮੈਨੂੰ ਲੱਗਦਾ ਤੁਹਾਨੂੰ ਥੋੜ੍ਹਾ ਕਮਿਊਨੀਕੇਟ ਕਰਨ ਦੀ ਜ਼ਰੂਰਤ ਹੈ। ਨੈਕਸਟ ਇਜ਼ ਪ੍ਰਬਲ ਸਿੰਘ ਤਿਵੇਤੀਆ, ਸਰ ਮਾਈ ਸਨਸ ਫਾਈਲ ਲੌਂਚਡ ਔਨ 30th of September and biometric done on 7th October, update on the same day, medical on 14th September, not updated yet। no ਇਸ 'ਚ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ। ਜੇ ਤੁਹਾਡਾ ਮੈਡੀਕਲ ਅਪਡੇਟ ਨਹੀਂ ਹੋਇਆ, ਡਿਸੀਜਨ ਵਾਲੇ ਦਿਨ ਵੀ ਤੁਹਾਡਾ ਮੈਡੀਕਲ ਅਪਡੇਟ ਹੋ ਸਕਦਾ। ਸੋ ਵੈਨ ਸ਼ੁੱਡ ਵੀ ਐਕਸਪੈਕਟ ਰਿਜ਼ਲਟ? IELTS ਓਵਰਆਲ 6.5 ਨੋਟ ਲੈਸ ਦੈਨ 6। ਸੋ ਬਹੁਤ ਜਲਦੀ ਆਏਗਾ ਤੁਹਾਡਾ ਰਿਜ਼ਲਟ, ਕਿਉਂਕਿ 30 ਸਤੰਬਰ ਨੂੰ ਤੁਸੀਂ ਫਾਈਲ ਲੌਂਚ ਕੀਤੀ ਸੀਗੀ, ਤਾਂ ਮੇਰਾ ਖਿਆਲ ਹੈ ਨੈਕਸਟ ਵੀਕ ਜਾਂ ਉਸ ਤੋਂ ਨੈਕਸਟ ਵੀਕ, ਯਾਨੀ ਕਿ ਹੁਣ ਕਦੇ ਵੀ ਤੁਹਾਡਾ ਰਿਜ਼ਲਟ ਆ ਸਕਦਾ ਤੁਹਾਡਾ। ਆਈ ਐਮ ਹੋਪਫੁਲ ਕਿ ਤੁਹਾਡੇ ਰਿਜ਼ਲਟਸ ਰੈਡੀ ਪਏ ਆ। ਬਸ ਦੀਪਕ ਗਰਗ ਦਾ ਕੁਐਸਚਨ ਹੈ, ਸਰ ਨਹੀਂ सो बहुत सारे कमेंट्स आए हैं, बट कुछ ऐसे कमेंट्स भी होंगे जो कि रेलेवेंट नहीं होंगे, सो मैं वो नहीं पढ़ रहा। सर 9 अक्तूबर फाइल सबमिशन का रिजल्ट कदों आऊ?
मैं ऑलरेडी दस दिता तुहानूं कि 15 अक्तूबर तो पहले जिहड़ी फाइल्स लगाई हैं उन्होंने रिजल्ट बहुत जल्दी आने वाला। क्यूबिक फाइल्स के रिजल्ट किस तरह के आ रहे हैं? सर वेरी बैड, बहुत बुरे रिजल्ट्स आ रहे हैं। तकरीबन रिजैक्शनस लग के आ रही ने क्यूबिक के जिन्ने भी रिजल्ट्स आ रहे हैं। अगेन क्यूबिक नेक्स्ट इज 2020 मनवीर सिंह 2020 पास आउट बायोमेट्रिक 5 अक्टूबर मेडिकल 8 जुलाई नोट अपडेटेड येट ओके ओवरऑल 6.56 ईच बैंड्स कोलंबिया कॉलेज वैंकूवर 91% मेडिकल स्ट्रीम फाइल लॉज 21 जुलाई डेफर किया सी फ्रॉम सैप्टंबर टू जैन इनटेक वैन आई विल गैट माई PPR रिप्लाई थोड़ा तुसी रीअपलाई किया बट स्टिल थोड़ा 8 जुलाई नू मैडिकल अपडेट होया यानी कि 21 जुलाई नू डेफर किया सीगा सैप्टंबर टू जैन इनटेक। तुसी दोबारा फाइल कदों लगाई है ये मैनू क्लीयर नहीं हो पा रहा। सो प्लीज़ मनवीर सिंह तुसी जानकारी दोबारा लिखो कि तुसी दोबारा जी फाइल लगाई सी कदों लगाई सी तां ही मैं तुहानूं कोई प्रिसाइज जिहड़ा आंसर दे पावांगा। राजप्रीत फाइल लॉज 31 जुलाई बायोमेट्रिक 18th मेडिकल 5th जुलाई +2 89 IELTS ओवरऑल 7.5 कॉलेज कोलंबिया वैंकूवर एसोसिएट्स ऑफ आर्ट वैन कैन एक्सपर्ट फाइल ये भी बहुत पुरानी है। सो पिछला जिहड़ा सी कॉमेंट लिता सीगा वो भी कोलंबिया कॉलेज वैंकूवर का सी ये भी सेम कोलंबिया कॉलेज वैंकूवर का। सो मे बी इस कॉलेज के रिजल्ट डिलेड है। जो तुहाडा भी कोलंबिया कॉलेज वैंकूवर है तो मैनूं लगता है कि तुसी वो इन्फॉर्मेशन शेयर करो कि तुहाडा रिजल्ट आया है या रिफ्यूज़ल आई है या फिर PPR आ चुका था। इन्हों भी थोड़ी जी क्लैरिटी हो सके क्योंकि मैंने थोड़ा जिहा लग रहा है क्योंकि पिछला भी कॉमेंट जिहड़ा कोलंबिया कॉलेज डिफरेंट प्रोफाइल सीगा ये वाला प्रोफाइल डिफरेंट है। सो प्लीज़ शेयर योर टेक ऑन कोलंबिया कॉलेज वैंकूवर। उस तो बाद साइलेंट नाम की प्रोफाइल है ये इन्होंने PT 69 लोएस्ट 62 हाईएस्ट 84। सो दिस इज़ वेरी गुड स्कोर यू नो PT 69 score is very good +2 67% 5 laws 25th August biometric 25th October non STS is there any chance of PPR definitely there are chances but जिदा मैं हमेशा हर वीडियो ਦੇ ਵਿੱਚ कह रहा नॉन STS कैटेगरी इस टाइम एक हिसाब ਦੇ ਨਾਲ दबी हुई है उससे ना डिसीजन आ रहा है और जो भी डिसीजन आ रहे हैं वो नैगेटिव आ रहे हैं। PTE का मैं तुहानूं फिर एक बार 2-3 बार मैं पहले भी दस चुके हैं PTE का मैं तद तक नहीं तुहानूं दस सकता जब तक कि मेरे खुद दे लगाए हुए केसिस का रिजल्ट नहीं आ जाता। वो भी तकरीबन ऐसे ही प्रोफाइल है जिवें PT 69 ऐसे ही प्रोफाइल है। तो उन्होंने जो नतीजे आएंगे तो ही मैं तुहाडे नाल साझा करांगा कि इन्हां दा की है इज देयर एनी चांस ऑफ PPR। यस डेफिनेटली यू हैव ए चांस ऑफ PPR। रिपन मान सर प्लीज़ दसो नॉन SDS फाइल वाले दे वीज़ा आजू या नहीं। देखो अज की डेट दे विच नहीं आ रहा अगे कुछ सिचुएशन चेंज हो जाए तो मैं कह नहीं सकता बट प्रेजेंट की सिचुएशन ये कि नॉन SDS कैटेगरी दे विच वीज़ा बिल्कुल भी नहीं आ पा रहे। उस बाद राशि कोचर का क्वेश्चन है SDS कैटेगरी मेडिकल 9 सितंबर नोट अपडेटेड येट बायोमेट्रिक 28 अक्टूबर कोर्स बैचलर ऑफ कंप्यूटर साइंस IELTS 7.5 10th 95% 12th 93.4 नॉन मेडिकल लेटेस्ट अपडेट ऑन पोर्टल प्रोसैसिंग फाइल वैन कैन ਤੁਹਾਡਾ रिजल्ट राशि बहुत जल्दी आ जाना चाहिए। ਤੁਹਾਡੀ प्रोफाइल ही अच्छी है। देखो मैं हमेशा ये गल करदा कि कंप्यूटर कोर्स ਤੁਹਾਨੂੰ तद ही लेना चाहिए तो प्रोफाइल बहुत ज़्यादा स्ट्रोंग है। ऐसा प्रोफाइल होए जिहदे 10वीं ਦੇ ਵਿੱਚ 95% 12वीं ਦੇ ਵਿੱਚ 93.4% नॉन मैडिकल। सो मैनूं उम्मीद है कि मैथ ਦੇ ਵਿੱਚ भी इन्हां दे काफ़ी अच्छे नंबर होणगे क्योंकि ओवरऑल 93.4 है। सो ऐसी प्रोफाइल ਲਈ अगर असी कंप्यूटर कोर्स अपलाई करते हैं तो मोस्ट डेफिनेटली वीज़ा मिलेगा बट जिहदे विच 10th ਦੇ ਵਿੱਚ ਤੁਹਾਡੇ 70% या 12वीं ਦੇ ਵਿੱਚ 70-75% है ਉਹਦੇ ਵਿੱਚ कंप्यूटर ਦੇ ਵਿੱਚ ਤੁਹਾਨੂੰ वीज़ा लेना बहुत औखा हो जाएगा। सो स्टूडेंट्स ਨੂੰ थोड़ी जी गल समझनी पेगी क्योंकि मैनूं पता है ਜਦੋਂ भी कोई साइंस का स्टूडेंट किसी नवे कंसलटेंट के कोल जाता या लैस एक्सपीरियंस कंसलटेंट के कोल जाता तो हमेशा उन्होंने कंप्यूटर का कोर्स ही ऑफर किया जाता बिकॉज उन्होंने कोई होर ऑप्शन का ज़्यादा पता नहीं है।
ਸੋ ਇਹਦੇ ਵਿੱਚ ਤੁਹਾਡਾ ਨੁਕਸਾਨ ਹੈ ਕਿ ਅਗਰ ਤੁਸੀਂ ਕੰਪਿਊਟਰ ਦਾ ਕੋਰਸ ਲੈਣਾ ਵੀ ਹੈ ਤਾਂ ਉਹਦੇ ਵਿੱਚ ਵੀ ਤੁਹਾਨੂੰ ਦੇਖਣਾ ਪਏਗਾ ਕੋਈ ਕੀ ਕੈਟਾਗਰੀ ਹੈ। ਸੋ ਇਹ ਟੈਕਨੀਕਲ ਚੀਜ਼ਾਂ ਜਿਹਦਾ ਧਿਆਨ ਰੱਖ ਕੇ ਤੁਸੀਂ ਆਪਣਾ ਰਿਜੈਕਸ਼ਨਸ ਅਵੋਇਡ ਕਰ ਸਕਦੇ ਹੋ। ਦੇਖੋ ਇੱਕ ਹੋਰ ਕਪੂਰਥਲਾ KPT ਨਾਮ ਤੋਂ ਆਈਡੀ ਹੈ, ਇਹਨਾਂ ਨੇ ਵੀ ਲਿਖਿਆ ਸਰ ਵਟ ਅਬਾਊਟ ਕੋਲੰਬੀਆ ਕਾਲਜ ਵੈਂਕੂਵਰ। ਸੋ ਮੈਂ ਹੁਣੇ 2-3 ਕਮੈਂਟਸ ਪੜ੍ਹੇ, ਕੋਲੰਬੀਆ ਕਾਲਜ ਵੈਂਕੂਵਰ ਦੀ ਰਿਪੋਰਟ ਠੀਕ ਨਹੀਂ ਹੈ, ਉਹਨਾਂ ਦੇ ਰਿਜ਼ਲਟਸ ਬਹੁਤ ਪੁਰਾਣੇ ਵੀ ਨਹੀਂ ਆ ਪਾ ਰਹੇ। ਇਸ ਤੋਂ ਬਾਅਦ ਕੁਨਾਲ ਕੁਲਕਰਨੀ ਦਾ ਕੁਐਸਚਨ ਹੈ, ਹੈਲੋ ਆਈ ਲੌਗਡ ਇਨਟੂ ਮਾਈ GC ਕੀ ਟੂ ਚੈੱਕ ਦ ਸਟੇਟਸ ਆਫ ਮਾਈ ਐਪਲੀਕੇਸ਼ਨ ਐਂਡ ਦ ਕਰੰਟ status section changed from submitted to application profile updated but nothing changed in my application, can you please tell me what this could be about? This is about ਕਿ ਤੁਹਾਡੀ ਜਿਹੜੀ ਫਾਈਲ ਤੇ ਕੰਮ ਹੋਣਾ ਸ਼ੁਰੂ ਹੋ ਗਿਆ, ਤੁਹਾਡੀ ਫਾਈਲ ਤੇ ਕੰਮ ਹੋ ਰਿਹਾ ਹੈ, ਬਾਰ-ਬਾਰ GC ਕੀ ਚੈੱਕ ਤੁਸੀਂ ਕਰਦੇ ਰਹੋ ਬੇਸ਼ੱਕ, ਬਟ ਕੰਮ ਜਿਹੜਾ ਉਹਨਾਂ ਨੇ ਆਪਣੀ ਰਫਤਾਰ ਦੇ ਨਾਲ ਹੀ ਕਰਨਾ, ਤੁਸੀਂ ਦਿਨ ਵਿੱਚ ਇੱਕ ਵਾਰ ਚੈੱਕ ਕਰ ਲਿਆ ਕਰੋ। ਇਹ ਜਬ ਜਿਹੜੇ ਸਾਰੇ ਇਹ ਕਰੰਟ ਸਟੇਟਸ ਟੂ ਚੇਂਜ ਹੋ ਗਿਆ ਸਬਮਿਟਡ, ਇਹ ਸਭ ਬੈਕ ਐਂਡ ਦੇ ਵਰਕ ਹੈਗੇ, ਇਹਦੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ, ਇਹਦੇ ਵਿੱਚ ਇਹ ਜ਼ਿਆਦਾ ਟੈਨਸ਼ਨ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ। ਜੋ ਪਿੱਛੇ ਤੋਂ ਤੁਹਾਡਾ ਵਰਕ ਹੋ ਰਿਹਾ, ਤੁਹਾਡੀ ਪ੍ਰੋਫਾਈਲ ਤੇ ਕੰਮ ਚੱਲ ਰਿਹਾ, ਔਰ ਜਦੋਂ ਵੀ ਕੋਈ ਡਿਸੀਜਨ ਹੋਏਗਾ ਉਹ ਤੁਹਾਡੇ ਸਾਹਮਣੇ ਆ ਜਾਏਗਾ। ਇਹਨਾਂ ਚੀਜ਼ਾਂ ਦੇ ਵਿੱਚ ਮੇਰਾ ਖਿਆਲ ਹੈ ਤੁਹਾਨੂੰ ਨਹੀਂ ਪੈਣਾ ਚਾਹੀਦਾ। ਐਮਬੈਸੀ ਦੀ ਜਿਹੜੀ ਵਰਕਿੰਗ ਉਹਨਾਂ ਨੂੰ ਕਰਨ ਦਿਓ, ਤੁਸੀਂ ਤਾਂ ਰਿਜ਼ਲਟ ਦੀ ਵੇਟ ਕਰ ਸਕਦੇ ਹੋ, ਉਸ ਤੋਂ ਜ਼ਿਆਦਾ ਕੁਝ ਨਹੀਂ ਕਰ ਸਕਦੇ। ਸੋ ਤਕਰੀਬਨ ਮੈਂ ਕੁਐਸਚਨਸ ਲੈ ਲਏ ਨੇ ਜਿਹੜੇ ਕਿ ਮੈਨੂੰ YouTube ਕਮੈਂਟਸ ਦੇ ਵਿੱਚ ਆਏ ਸੀਗੇ, ਬਹੁਤ ਸਾਰੇ ਕੁਐਸਚਨ WhatsApp ਤੇ ਪਏ ਨੇ। ਸੋ ਮੇਰੀ ਕੋਸ਼ਿਸ਼ ਰਹੇਗੀ ਕਿ ਅਗਲੀ ਵਾਰ ਲਾਈਵ ਅਸੀਂ ਮੁਲਾਕਾਤ ਹੈ, ਕਿਉਂਕਿ ਅੱਜ ਟੈਕਨੀਕਲ ਥੋੜੀ ਪ੍ਰੋਬਲਮ ਆ ਗਈ ਸੀ ਤਾਂ ਮੈਂ ਲਾਈਵ ਨਹੀਂ ਹੋ ਪਾਇਆ, ਉਹਦੇ ਵਿੱਚ ਅਸੀਂ ਹੋਰ ਵੀ ਜ਼ਿਆਦਾ ਸਵਾਲ ਲਵਾਂਗੇ ਤੇ ਲੰਬਾ ਸੈਸ਼ਨ ਕਰਾਂਗੇ ਇੱਕ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਇੱਕ ਚੀਜ਼ ਮੈਂ ਹੋਰ ਵੀ ਕਹਿਣਾ ਚਾਹੁੰਦਾ ਸੀ ਕਿ ਤੁਸੀਂ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਹੁਣ ਰਿਜ਼ਲਟਸ ਬੱਚਿਆਂ ਦੇ ਨਹੀਂ ਆ ਰਹੇ, ਅਗਸਤ ਸਤੰਬਰ ਵਾਲੇ ਰਿਜ਼ਲਟ ਵੀ ਡਿਲੇ ਹੋ ਰਹੇ। ਸੋ ਇੱਕ ਚੀਜ਼ ਅਸੀਂ ਅਵੋਇਡ ਕਰ ਸਕਦੇ ਹਾਂ ਕਿ ਘੱਟ ਤੋਂ ਘੱਟ ਆਪਣੀ ਐਪਲੀਕੇਸ਼ਨ ਜਿਹੜੀ ਟਾਈਮ ਤੇ ਲਗਾਈਏ। ਹੁਣ ਜਿਵੇਂ ਮਈ ਇਨਟੇਕ ਓਪਨ ਹੈ ਤਾਂ ਮਈ ਇਨਟੇਕ ਦੀ ਐਪਲੀਕੇਸ਼ਨ ਅਸੀਂ ਹੁਣੇ ਲਗਾਈਏ, ਅਸੀਂ ਵੇਟ ਨਾ ਕਰੀਏ, ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਵੀ ਜੇ ਤੁਹਾਨੂੰ ਯਾਦ ਹੈ ਮੈਂ ਇਹੀ ਗੱਲ ਦੱਸੀ ਸੀ ਤੁਹਾਨੂੰ ਕਿ ਜਿੰਨਾ ਤੁਸੀਂ ਡਿਲੇ ਕਰੋਗੇ ਉਹਨਾਂ ਤੁਹਾਡੇ ਵੀਜ਼ਾ ਚਾਂਸਿਸ ਵੀ ਘਟਣਗੇ, ਪਲੱਸ ਜਿਵੇਂ ਕਿ ਸੀਟਸ ਅਗਰ ਫੁੱਲ ਹੋ ਗਈ, ਤੁਹਾਡੀ ਪ੍ਰੋਫਾਈਲ ਅੱਛੀ ਵੀ ਹੈ, ਤੁਹਾਨੂੰ ਸੀਟ ਨਹੀਂ ਫੁੱਲੀ ਤਾਂ ਡੈਫਰ ਦੇ ਚਾਂਸਿਸ ਵੀ ਤੁਹਾਡੇ ਵੱਧ ਸਕਦੇ ਨੇ। ਸੋ ਉਮੀਦ ਕਰਦਾ ਕਿ ਹੁਣ ਜਿਹੜੇ ਸਟੂਡੈਂਟਸ ਅਪਲਾਈ ਕਰਨ ਜਾ ਰਹੇ ਨੇ ਉਹ ਥੋੜ੍ਹਾ ਜਿਹਾ ਇਸ ਚੀਜ਼ ਨੂੰ ਧਿਆਨ ਰੱਖਣਗੇ ਔਰ ਮਈ ਇਨਟੇਕ ਲਈ ਹੁਣੇ ਤੋਂ ਹੀ ਅਪਲਾਈ ਆਪਣਾ ਕਰਨਾ ਸ਼ੁਰੂ ਕਰ ਦਿਓ, ਜਾਂ ਫਿਰ ਮਈ ਇਨਟੇਕ ਦੀ ਅਗਰ ਸੀਟਸ ਫਿਲ ਹੋ ਚੁੱਕੀ ਹੈ ਤੁਸੀਂ ਸੈਪਟੰਬਰ ਇਨਟੇਕ ਵੀ ਓਪਟ ਕਰ ਸਕਦੇ ਹੋ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਕਿਸੇ ਹੋਰ ਵਿਸ਼ੇ ਤੇ ਗੱਲ ਕਰਾਂਗੇ, ਤਦ ਤੱਕ ਲਈ ਧੰਨਵਾਦ।